बिस्मिल्लाहिर्रहमानिर्रहीम अस्सलाम वालेकुम। मेरा नाम है आयशा ते अज दी रेसिपी च मैं तुहाडे लेई लैके आई हां गाजरां दा मिट्ठा मिट्ठा सोहना सोहना ते मज़ेदार जिहा हलवा। ते हलवा बनाने वास्ते तुसी जेह्ड़े इहदे विच इंग्रीडिएंट्स मैं इस्तेमाल करूँगी ओह् तुसी देख रहे हो। ते सारेआं नालों पैह्लें उसी देचकी ते पतीली चढ़ा दो कहन लगी सी चुल्हे ते पतीली रखदे आं ते पतीली विच असीं पा दांगे गाजरां। अच्छा जी, गाजरां पा के ते इहनूं मैं थोड़ा जिहा हिला दित्ता वा क्योंकि मैं कीता सीगा चुल्हा ਔਨ ਤੇ ਮੈਂ ਕਿਹਾ ਨੀਚੇ ਨਾ ਲੱਗ ਜਾਣ ਗਾਜਰਾਂ ਤੇ ਇਹਨੂੰ ਮੈਂ ਥੋੜ੍ਹਾ ਜਿਹਾ ਹਿਲਾ ਦੇਵਾਂ। ਗਾਜਰਾਂ ਸਰਦੀਆਂ ਨੂੰ ਖਾਣ ਨੂੰ ਬਹੁਤ ਹੀ ਅੱਛੀਆਂ ਵਾ। ਇਹ ਸਰਦੀਆਂ ਨੂੰ ਖਾ ਲਓ ਤਾਂ ਇਹਨਾਂ ਦੇ ਫਾਇਦੇ ਤਕਰੀਬਨ ਗਰਮੀਆਂ ਤੱਕ ਹੀ ਰਹਿੰਦੇ ਆ। ਇਸ ਲਈ ਗਾਜਰਾਂ ਦਾ ਜਿੰਨਾ ਇਸਤੇਮਾਲ ਹੋ ਸਕੇ ਕਰ ਲਓ। ਸਸਤੀ ਜਿਹੀ ਅਤੇ ਅੱਛੀ ਜਿਹੀ ਸਬਜ਼ੀ ਆ। ਇਹਦੇ ਫਾਇਦੇ ਵੀ ਮੈਂ ਤੁਹਾਨੂੰ ਨਾਲ ਨਾਲ ਦੱਸੀ ਜਾਊਂਗੀ। ਤਾਂ ਤੁਸੀਂ ਦੇਖ ਰਹੇ ਹੋ ਕਿ ਮੈਂ ਗਾਜਰਾਂ ਪਤੀਲੇ ਵਿੱਚ ਪਾ ਕੇ ਇਹਨਾਂ ਨੂੰ ਥੋੜ੍ਹਾ ਜਿਹਾ ਹਿਲਾ ਕੇ ਅਤੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਦੁੱਧ, ਕਿਉਂਕਿ ਮੈਂ ਇਹਨਾਂ ਨੂੰ ਬਣਾਉਣਾ ਵਾ ਦੁੱਧ ਦੇ ਵਿੱਚ। ਅਤੇ ਆਹ ਦੇਖੋ 1 ਕਿਲੋ ਤਕਰੀਬਨ ਗਾਜਰਾਂ ਸੀਗੀਆਂ ਅਤੇ ਉਹਦੇ ਵਿੱਚ ਮੈਂ 1 ਲੀਟਰ ਹੀ ਇਹਦੇ ਵਿੱਚ ਦੁੱਧ ਇਸਤੇਮਾਲ ਕੀਤਾ। ਅਤੇ ਇਹ ਦੁੱਧ ਨੂੰ ਮੈਂ ਵਿੱਚ ਇਹਦੇ ਖੁਸ਼ਕ ਕਰ ਲਊਂਗੀ। ਇਹਦੇ ਨਾਲ ਗਾਜਰਾਂ ਸੋਫਟ ਵੀ ਹੋ ਜਾਊਗੀਆਂ ਅਤੇ ਇਹਨਾਂ ਦਾ ਮਜ਼ਾ ਵੀ ਦੁਬਾਲਾ ਹੋ ਜਾਊਗਾ। ਅੱਛਾ ਜੀ, ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਅੱਗ ਨੂੰ ਤੇਜ਼ ਨਹੀਂ ਕਰਨਾ ਹੈਗਾ, ਧੀਮੀ ਅਤੇ ਹਲਕੀ ਆਂਚ 'ਤੇ ਵੀ ਨਹੀਂ ਪਕਾਉਣਾ ਹੈਗਾ, ਬਲਕਿ ਇਹਨੂੰ ਮੀਡੀਅਮ ਫਲੇਮ ਰੱਖਣਾ ਵਾ ਤਾਂ ਕਿ ਦੁੱਧ ਇੰਨੀ ਜਲਦੀ ਖੁਸ਼ਕ ਨਾ ਹੋ ਜਾਏ। ਅਸੀਂ ਬਹੁਤ ਤੇਜ਼ ਅੱਗ ਕਰ ਲਈਏ ਅਤੇ ਦੁੱਧ ਖੁਸ਼ਕ ਕਰ ਲਈਏ ਅਤੇ ਅਸੀਂ ਕਹਿ ਲਈਏ ਕਿ ਜੀ ਆ ਲਓ ਜੀ ਗਾਜਰਾਂ ਹੋ ਗਈਆਂ ਤਿਆਰ। ਨਹੀਂ, ਬਲਕਿ ਦੁੱਧ ਹਲਕੀ ਆਗ 'ਤੇ ਅਸੀਂ ਇਹਨੂੰ ਪਕਾਉਣਾ ਵਾ। ਆਂਚ ਦਰਮਿਆਨੀ ਰੱਖਣੀ ਆ ਤਾਂ ਕਿ ਦੁੱਧ ਆਹਿਸਤਾ ਆਹਿਸਤਾ ਖੁਸ਼ਕ ਹੋਵੇ। ਉਹਦੇ ਜਿੰਨੇ ਨਿਊਟ੍ਰੀਸ਼ਨ ਆ, ਇਹਦੇ ਜਿੰਨੇ ਫਾਇਦੇ ਆ ਉਹ ਸਾਰੇ ਉਹਦੇ ਵਿੱਚ ਜਾਣ ਗਾਜਰਾਂ ਦੇ ਵਿੱਚ। ਅਤੇ ਤੁਸੀਂ ਦੇਖ ਰਹੇ ਹੋ ਕਿ ਦੁੱਧ ਨੂੰ ਜੋਸ਼ ਆਉਣਾ ਸ਼ੁਰੂ ਹੋ ਗਿਆ ਵਾ ਅਤੇ ਇਹਨੂੰ ਮੈਂ ਆਹਿਸਤਾ ਆਹਿਸਤਾ ਡਰਾਈ ਕਰ ਲੈਣਾ ਵਾ। ਨਾਲ ਗਾਜਰਾਂ ਵੀ ਸੋਫਟ ਹੋ ਜਾਣਗੀਆਂ ਅਤੇ ਹਾਰਡ ਵੀ ਨਹੀਂ ਹੁੰਦੀਆਂ, ਸੋਫਟ ਰਹਿੰਦੀਆਂ ਅਤੇ ਬਹੁਤ ਅੱਛੀ ਤਰ੍ਹਾਂ ਗਲ ਜਾਂਦੀਆਂ। ਜਿੱਦਾਂ ਬਾਜ਼ਾਰ ਤੋਂ ਮਿਲਦੀਆਂ ਉਹਦੇ ਨਾਲੋਂ ਵੀ ਬਹੁਤ ਜ਼ਿਆਦਾ ਅੱਛਾ ਇਹਨਾਂ ਦਾ ਟੇਸਟ ਆਉਂਦਾ। ਤੁਸੀਂ ਦੇਖ ਰਹੇ ਹੋ ਤਾਂ ਮੈਂ ਨਜ਼ਦੀਕ ਕਰਕੇ ਵੀ ਦਿਖਾ ਰਹੀ ਹਾਂ ਕਿ ਕਿੱਦਾਂ ਦਾ ਇਹਦੀ ਪੱਕ ਰਿਹਾ ਦੁੱਧ ਅਤੇ ਕਿੱਦਾਂ ਦਾ ਲੱਗ ਰਿਹਾ। ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਦੁੱਧ ਨੂੰ ਜੋਸ਼ ਆ ਰਿਹਾ ਅਤੇ ਸਾਈਡਾਂ 'ਤੇ ਲੱਗ ਰਿਹਾ। ਅਤੇ ਇਹਨੂੰ ਨਾਲ ਨਾਲ ਮੁਸਲਸਲ ਚਮਚਾ ਹਿਲਾਉਂਦੇ ਰਹਿਣਾ। ਇਹ ਨਾ ਹੋਵੇ ਕਿ ਸਾਰਾ ਦੁੱਧ ਖੁਸ਼ਕ ਹੋ ਕੇ ਸਾਈਡਾਂ 'ਤੇ ਚਿਪਕ ਜਾਵੇ ਜਾਂ ਨੀਚੇ ਲੱਗ ਜਾਵੇ ਜਾਂ ਫਿਰ ਦੁੱਧ ਨੂੰ ਬੋਇਲ ਆ ਕੇ ਅਤੇ ਉਹ ਬਾਹਰ ਲੱਗ ਜਾਵੇ। ਅੱਛਾ, ਇੱਥੇ ਮੈਂ ਤੁਹਾਨੂੰ ਇਹਦੇ ਫਾਇਦੇ ਦੱਸਦੀ ਹਾਂ। ਗਾਜਰਾਂ ਸਰਦੀਆਂ ਨੂੰ ਕਾਫੀ ਸਸਤੀਆਂ ਹੋ ਜਾਂਦੀਆਂ ਵਾ, ਬਹੁਤ ਐਕਸਪੈਂਸਿਵ ਨਹੀਂ ਆ। ਇੱਕ ਆਮ ਬੰਦੇ ਦੀ ਵੀ ਪਰਚੇਜ਼ ਕਰ ਸਕਦਾ ਇਹਨੂੰ। ਅਤੇ ਗਾਜਰਾਂ ਖੂਨ ਸਾਫ਼ ਕਰਨ ਵਾਸਤੇ ਅਤੇ ਖੂਨ ਦੀ ਕਮੀ ਵਾਸਤੇ ਅਤੇ ਐਜ਼ ਆ ਸੈਲਡ ਵੀ ਇਸਤੇਮਾਲ ਕੀਤੀਆਂ ਜਾ ਸਕਦੀਆਂ ਵਾ। ਇਹਦਾ ਜੂਸ ਬਣਾ ਕੇ ਇਸਤੇਮਾਲ ਕੀਤਾ ਜਾ ਸਕਦਾ ਵਾ। ਗਾਜਰਾਂ ਨੂੰ ਕੱਦੂਕਸ਼ ਕਰਕੇ ਅਤੇ ਇਹਦੀ ਖੀਰ ਵੀ ਬਣਦੀ ਆ। ਗਾਜਰਾਂ ਦਾ ਗਜਰੇਲਾ ਬਣਦਾ ਵਾ। ਅੱਛਾ, ਲਾਜ਼ਮੀ ਨਹੀਂ ਕਿ ਬੰਦੇ ਕੋਲ ਦੁੱਧ ਹੋਵੇ ਅਤੇ ਉਹ ਫਿਰ ਹੀ ਗਾਜਰਾਂ ਬਣਾਵੇ। ਤੁਸੀਂ ਇਹਨੂੰ ਆਮ ਵੈਸੇ ਵੀ ਇਕੱਲੀਆਂ ਬਣਾ ਕੇ ਅਤੇ ਇਹਨੂੰ ਘੀ 'ਚ ਤੜਕਾ ਲਗਾ ਕੇ ਵੀ ਖਾ ਸਕਦੇ ਹੋ। ਅਤੇ ਬਾਕੀ ਜਿੰਨਾ ਗੁੜ ਪਾਓਗੇ ਓਨਾ ਮਿੱਠਾ, ਜ਼ਾਹਰੀ ਗੱਲ ਹੈ। ਜਿੰਨੀਆਂ ਚੀਜ਼ਾਂ ਵਿੱਚ ਪਾ ਲਓਗੇ ਤੁਸੀਂ ਓਨਾ ਹੀ ਜ਼ਿਆਦਾ ਉਹਦੇ ਟੇਸਟ ਵੀ ਵੱਧ ਜਾਊਗਾ ਅਤੇ ਉਹਦੇ ਫਾਇਦੇ ਵੀ ਵੱਧ ਜਾਊਗੇ। ਅਤੇ ਜਿਹਨੂੰ ਖੂਨ ਦੀ ਕਮੀ ਹੁੰਦੀ ਆ, ਜਿੰਨੀਆਂ ਜ਼ਿਆਦਾ ਗਾਜਰਾਂ ਦਾ ਜੂਸ ਪੀ ਸਕੇ ਉਹ ਜ਼ਿਆਦਾ ਅੱਛਾ ਵਾ। ਫਿਰ ਕੱਚੀਆਂ ਗਾਜਰਾਂ ਜਿਹੜੇ ਡਾਈਟ ਕਰਦੇ ਆ ਬਤੌਰ ਐਜ਼ ਆ ਕੱਚੀਆਂ ਗਾਜਰਾਂ ਸੈਲਡ ਦੇ ਤੌਰ 'ਤੇ ਇਸਤੇਮਾਲ ਕਰਦੇ ਆ। ਫਿਰ ਜਿੰਨੇ ਮੂੰਹ 'ਤੇ ਸਿਆਈਆਂ ਵਗੈਰਾ ਅਤੇ ਖੂਨ ਦੇ ਜਿੰਨੇ ਮਸਾਇਲ ਆ ਸਾਰੇ ਗਾਜਰਾਂ ਦੇ ਨਾਲ ਹੱਲ ਹੋ ਸਕਦੇ, ਯਾਨੀ ਕਿ ਖੂਨ ਸਫਾ ਦੇ ਤੌਰ 'ਤੇ ਵੀ ਇਸਤੇਮਾਲ ਹੁੰਦੀਆਂ। ਅੱਛਾ ਜੀ, ਮੇਰਾ ਦੁੱਧ ਕਾਫੀ ਹੱਦ ਤੱਕ ਤੁਸੀਂ ਦੇਖ ਰਹੇ ਹੋ ਕਿ ਖੁਸ਼ਕ ਹੋ ਗਿਆ ਵਾ। ਦੁੱਧ ਅੱਛੀ ਤਰ੍ਹਾਂ ਖੁਸ਼ਕ ਹੋ ਰਿਹਾ ਵਾ, ਤੁਸੀਂ ਦੇਖ ਰਹੇ ਹੋ। ਅਤੇ ਇਹਨੂੰ ਮੈਂ ਨਾਲ ਇਸ ਲਈ ਹਿਲਾਈ ਜਾ ਰਹੀ ਹਾਂ ਕਿ ਨੀਚੇ ਨਾ ਲੱਗ ਜਾਵੇ। ਅਤੇ ਸਾਈਡਾਂ 'ਤੇ ਕਾਫੀ ਵੈਸੇ ਫਿਰ ਵੀ ਲੱਗ ਗਿਆ ਵਾ ਨਾਲ ਨਾਲ ਹਿਲਾਉਣ ਦੇ ਬਾਵਜੂਦ ਵੀ। ਅਤੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਕਮ ਰਹਿ ਗਿਆ ਵਾ ਦੁੱਧ। ਅਤੇ ਇਹਨੂੰ ਮੈਂ ਆਹਿਸਤਾ ਆਹਿਸਤਾ ਹਿਲਾਈ ਜਾਣਾ ਵਾ ਤਾਂ ਕਿ ਗਾਜਰਾਂ ਮੇਰੀਆਂ ਨੀਚੇ ਨਾ ਲੱਗ ਜਾਣ। ਦੁੱਧ ਖੁਸ਼ਕ ਕਰਨ ਤੋਂ ਬਾਅਦ ਇੱਥੇ ਆ ਕੇ ਮੈਂ ਇਹਦੇ ਵਿੱਚ ਪਾ ਦਊਂਗੀ ਚੀਨੀ। ਇਹ ਸੀ ਬੇਸਿਕ ਟਰਿਕ ਇਹਦੇ ਵਿੱਚ ਕਿ ਚੀਨੀ ਅਸੀਂ ਇਸ ਪੁਆਇੰਟ 'ਤੇ ਆ ਕੇ ਪਾਉਣੀ ਆ। ਪਹਿਲੇ ਹੀ ਦੁੱਧ ਦੇ ਨਾਲ ਜਾਂ ਇਹਦੇ ਨਾਲ ਚੀਨੀ ਐਡ ਨਹੀਂ ਕਰ ਦੇਣੀ। ਇੱਥੇ ਆ ਕੇ ਅਸੀਂ ਚੀਨੀ ਪਾਵਾਂਗੇ ਅਤੇ ਚੀਨੀ ਵੀ ਆਪਣਾ ਪਾਣੀ ਛੱਡ ਦੇਗੀ ਅਤੇ ਉਹ ਜਿਹੜਾ ਦੁੱਧ ਆ ਅੱਛੀ ਤਰ੍ਹਾਂ ਦੇ ਵਿੱਚ ਗਾਜਰਾਂ ਦੇ ਵਿੱਚ ਜਜ਼ਬ ਹੋ ਜਾਏਗਾ ਅਤੇ ਦਾਣੇ ਦੀ ਸ਼ਕਲ ਇਖਤਿਆਰ ਕਰ ਲਏਗਾ। ਅਤੇ ਹੁਣ ਮੈਂ ਗਾਜਰਾਂ ਦੇ ਵਿੱਚੋਂ ਦਾ ਚੀਨੀ ਦਾ ਪਾਣੀ ਖੁਸ਼ਕ ਕਰ ਲਾਂਗੇ। ਉਹ ਵੀ ਬਿਲਕੁਲ ਹਲਕੀ ਆਂਚ ਨਹੀਂ ਕਰਨੀ, ਦਰਮਿਆਨੀ ਆਂਚ 'ਤੇ ਹੀ ਰੱਖਣਾ ਵਾ। ਤੁਸੀਂ ਦੇਖ ਰਹੇ ਹੋ ਕਿ ਚੀਨੀ ਦਾ ਪਾਣੀ ਖੁਸ਼ਕ ਹੋ ਗਿਆ ਵਾ। ਜਿਹੜਾ ਚੀਨੀ ਨੇ ਪਾਣੀ ਛੱਡਿਆ ਸੀਗਾ ਉਹ ਅੱਛੀ ਤਰ੍ਹਾਂ ਖੁਸ਼ਕ ਹੋ ਗਿਆ ਵਾ। ਅਤੇ ਜਦੋਂ ਇਹਦਾ ਪਾਣੀ ਬਿਲਕੁਲ ਹੀ ਯਾਨੀ ਕਿ ਮੈਨੂੰ ਲੱਗੇਗਾ ਕਿ ਬਿਲਕੁਲ ਖੁਸ਼ਕ ਹੋ ਗਿਆ ਵਾ, ਉਸ ਪੁਆਇੰਟ 'ਤੇ ਮੈਂ ਆ ਕੇ ਇਹਦੇ ਵਿੱਚ ਪਾ ਦਊਂਗੀ ਘੀ। ਕਿਉਂਕਿ ਇਹਦੀ ਲਾਸਟ ਜਿਹੜਾ ਇਹਦਾ ਸਟੈਪ ਆ ਉਹ ਵਾ ਕਿ ਘੀ ਪਾਉਣਾ। ਘੀ ਜਦੋਂ ਇਹਨਾਂ ਦਾ ਪਾਣੀ ਖੁਸ਼ਕ ਹੋ ਜਾਊਗਾ ਅਸੀਂ ਉਦੋਂ ਪਾਵਾਂਗੇ ਅਤੇ ਇਹਨੂੰ ਅੱਛੀ ਤਰ੍ਹਾਂ ਭੁੰਨ ਲਵਾਂਗੇ ਤਾਂ ਕਿ ਗਾਜਰਾਂ ਸਾਡੀਆਂ ਖ਼ਰਾਬ ਨਾ ਹੋਣ ਅਤੇ ਲੌਂਗ ਟਾਈਮ ਤੱਕ ਵੀ ਚੱਲ ਸਕਦੀਆਂ। ਜੇ ਅਸੀਂ ਇਹਨੂੰ ਰੈਫਰੀਜਰੇਟਰ 'ਚ ਫਰੀਜ਼ ਕਰ ਲਾਂਗੇ ਜਾਂ ਫਰਿੱਜ 'ਚ ਰੱਖ ਦਾਂਗੇ ਅਤੇ ਬਾਹਰ ਮੌਸਮ ਠੰਡਾ ਵਾ ਅਤੇ ਜ਼ਾਹਰੀ ਗੱਲ ਫਰਿੱਜਾਂ ਦਾ ਤਾਂ ਮੌਸਮ ਆਪ ਹੀ ਠੰਡਾ ਰਹਿਣਾ ਕਿਉਂਕਿ ਵੈਸੇ ਕੂਲਿੰਗ ਦਿੰਦੀਆਂ। ਅਤੇ ਇਸ ਲਈ ਤੁਸੀਂ ਦੇਖ ਰਹੇ ਹੋ ਕਿ ਪਾਣੀ ਕਾਫੀ ਹੱਦ ਤੱਕ ਖੁਸ਼ਕ ਹੋ ਗਿਆ ਵਾ ਗਾਜਰਾਂ 'ਚੋਂ।
ਨੀਚਿਓਂ ਕਰਕੇ ਚਮਚ ਹਿਲਾਉਣ ਦਾ ਮਕਸਦ ਇਹੀ ਹੈ ਕਿ ਤੁਸੀਂ ਦੇਖਦੇ ਰਹੋ ਕਿ ਕਿਸ ਤਰ੍ਹਾਂ ਇਹਨੂੰ ਹਿਲਾਉਣਾ ਵਾ। ਅਤੇ ਗਾਜਰਾਂ ਵੀ ਤੁਸੀਂ ਦੇਖ ਲਓ ਕਿ ਕਿੰਨੀਆਂ ਸੋਫਟ ਹੋ ਗਈਆਂ ਵਾ, ਦੇਖੋ। ਅਤੇ ਇੱਥੇ ਆ ਕੇ ਦੇਖੋ ਮੈਂ ਇਹਦੇ ਵਿੱਚ ਪਾ ਦਿੱਤਾ ਵਾ ਘੀ। ਇਹ ਵਾ ਦੇਸੀ ਘੀ। ਦੇਸੀ ਘੀ ਹੀ ਅੱਛਾ ਲੱਗਦਾ ਵਾ। ਹੁਣ ਜਿਹੜੇ ਲੋਕ ਨਹੀਂ ਵਿਚਾਰੇ ਯੂਜ਼ ਕਰ ਸਕਦੇ, ਦੇਸੀ ਘੀ ਇੰਨਾ ਮਹਿੰਗਾ ਹੋ ਗਿਆ ਵਾ, ਨਹੀਂ ਅਫੋਰਡ ਕਰ ਸਕਦੇ, ਤਾਂ ਦੂਸਰਾ ਵੀ ਯੂਜ਼ ਕਰ ਸਕਦਾ, ਇਟਸ ਓਕੇ। ਗਾਜਰਾਂ ਨੇ ਤਾਂ ਆਪਣਾ ਫ਼ਾਇਦਾ ਦੇਣਾ ਹੀ ਦੇਣਾ। ਅਤੇ ਦੁੱਧ ਦੇ ਨਾਲ ਗਾਜਰਾਂ ਇੱਦਾਂ ਬਣਾ ਕੇ ਜੇ ਦੁੱਧ ਦੇ ਨਾਲ ਖਾਧੀਆਂ ਜਾਣ ਤਾਂ ਵੀ ਖੂਨ ਦੀ ਕਮੀ ਪੂਰੀ ਕਰਨ ਵਾਸਤੇ ਬਹੁਤ ਅੱਛੀਆਂ। ਅਤੇ ਤੁਸੀਂ ਦੇਖ ਲਓ ਇਹਨੂੰ ਅੱਛੀ ਤਰ੍ਹਾਂ ਅਸੀਂ ਇਸ ਮੌਕੇ 'ਤੇ ਆ ਕੇ ਬਹੁਤ ਅੱਛੀ ਤਰ੍ਹਾਂ ਇਹਨੂੰ ਭੂਨ ਲਵਾਂਗੇ। ਤੁਸੀਂ ਦੇਖ ਲਓ ਕਿ ਕਿੰਨਾ ਮੁਲਾਇਮ ਜਿਹਾ ਸੋਫਟ ਜਿਹਾ ਬਣ ਗਿਆ, ਬਿਲਕੁਲ ਭੁਰਭੁਰਾ ਜਾਂ ਦਰਦਰਾ ਨਹੀਂ ਹੈ ਕਿ ਗਾਜਰਾਂ ਕੱਲੀਆਂ ਕੰਨੀਆਂ ਹੋਣ ਜਾਂ ਫਿਰ ਅੱਛਾ ਗਲਿਆ ਨਾ ਹੋਵੇ। ਬਿਲਕੁਲ ਮੁਲਾਇਮ ਅਤੇ ਬਹੁਤ ਜ਼ਿਆਦਾ ਅੱਛਾ ਤੁਸੀਂ ਦੇਖ ਲਓ ਸੋਫਟ ਜਿਹਾ ਹਲਵਾ ਤਿਆਰ ਹੋ ਰਿਹਾ। ਅੱਛਾ, ਘੀ 'ਚ ਅੱਛੀ ਤਰ੍ਹਾਂ ਅਸੀਂ ਇਹਨੂੰ ਭੁੰਨ ਲੈਣਾ ਵਾ। ਮੈਂ ਤੁਹਾਨੂੰ ਐਂਡ ਤੱਕ ਦਿਖਾਊਂਗੀ ਕਿ ਮੈਂ ਉਦੋਂ ਤੱਕ ਇਹਨੂੰ ਭੁੰਨਿਆ ਵਾ, ਬਿਲਕੁਲ ਲੋ ਫਲੇਮ 'ਤੇ ਵੀ ਨਹੀਂ, ਬਿਲਕੁਲ ਯਾਨੀ ਕਿ ਮੱਧਮ ਵੀ ਨਹੀਂਗਾ, ਲੋ ਤੋਂ ਮੀਡੀਅਮ ਦੇ ਦਰਮਿਆਨ ਜਿਹੜਾ ਫਲੇਮ ਹੈ ਨਾ ਇਹ ਉਹ ਵਾ, ਯਾਨੀ ਕਿ ਬਹੁਤ ਡਿਮ ਵੀ ਨਹੀਂ ਕਿ ਦਮ ਵਾਲਾ। ਤੁਸੀਂ ਸਾਈਡਾਂ 'ਤੇ ਦੇਖ ਰਹੇ ਹੋ ਕਿ ਘੀ ਕਿੱਦਾਂ ਛੱਡ ਦਿੱਤਾ ਵਾ ਗਾਜਰਾਂ। ਮੈਂ ਉਸ ਆਂਚ 'ਤੇ ਇਹਨੂੰ ਭੁੰਨਿਆ ਵਾ ਤਾਂ ਕਿ ਇਹਦਾ ਪਾਣੀ ਜਿਹੜਾ ਵਿੱਚ ਰਹਿ ਗਿਆ ਵਾ ਜਾਂ ਦੁੱਧ ਦਾ ਜਿਹੜਾ ਥੋੜ੍ਹਾ ਜਿਹਾ ਰਹਿ ਗਿਆ ਵਾ ਅਤੇ ਉਹ ਬਿਲਕੁਲ ਅੱਛੀ ਤਰ੍ਹਾਂ ਖੁਸ਼ਕ ਹੋ ਜਾਵੇ ਅਤੇ ਗਾਜਰਾਂ ਘੀ ਛੱਡ ਦੇਣ। ਅਤੇ ਹੁਣ ਇਹਦੇ ਵਿੱਚ ਮੈਂ ਪਾ ਦਿੱਤੀਆਂ ਵਾ ਇਲਾਇਚੀ ਦੇ ਦਾਣੇ। ਉਸ ਤੋਂ ਬਾਅਦ ਪਾਤੇ ਸੀ ਕਾਜੂ ਕਰਸ਼ ਕੀਤੇ ਹੋਏ, ਫਿਰ ਬਦਾਮ, ਫਿਰ ਪਿਸਤਾ ਅਤੇ ਐਂਡ 'ਤੇ ਸੁੱਟ ਦਿੱਤੀ ਹੈ ਕਿਸ਼ਮਿਸ਼, ਯਾਨੀ ਕਿ ਸੌਗੀ। ਪੰਜਾਬੀ 'ਚ ਇਹਨੂੰ ਸੌਗੀ ਕਹਿੰਦੇ ਅਤੇ ਬੱਚੇ ਬਹੁਤ ਸ਼ੌਕ ਦੇ ਨਾਲ ਖਾਂਦੇ। ਅਤੇ ਹੁਣ ਅਸੀਂ ਇਹਨੂੰ 2 ਮਿੰਟ ਪਕਾ ਲਾਂਗੇ ਅਤੇ ਸਾਡਾ ਹਲਵਾ ਆਲਮੋਸਟ ਰੈਡੀ ਹੋ ਚੁੱਕਿਆ ਵਾ। ਅਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਮੈਨੂੰ ਅੱਛੀ ਤਰ੍ਹਾਂ ਬਣਾਇਆ ਵਾ। ਕੋਈ ਜ਼ਿਆਦਾ ਦਿੱਕਤ ਤਲਬ ਕੰਮ ਨਹੀਂ ਹੈਗਾ, ਬਹੁਤ ਜ਼ਿਆਦਾ ਯਾਨੀ ਕਿ ਮੁਸ਼ੱਕਤ ਵਾਲਾ ਕੰਮ ਵੀ ਨਹੀਂ ਹੈ। ਬਸ ਗਾਜਰਾਂ ਨੂੰ ਕਸ਼ ਕਰਨ ਤੋਂ ਇਲਾਵਾ ਬਾਕੀ ਬਹੁਤ ਜ਼ਿਆਦਾ ਈਜ਼ੀ ਅਤੇ ਬਹੁਤ ਜ਼ਿਆਦਾ ਡਿਲੀਸ਼ੀਅਸ ਜੀ ਰੈਸਪੀ ਤਿਆਰ ਹੁੰਦੀ ਹੈ। ਤੁਸੀਂ ਦੇਖ ਰਹੇ ਹੋ ਕਿ ਕਿੰਨਾ ਅੱਛੀ ਇਹਦੀ ਲੁੱਕ ਆਈ ਹੈ ਅਤੇ ਕਿੰਨਾ ਪਿਆਰਾ ਲੱਗ ਰਿਹਾ। ਬਿਲਕੁਲ ਵੀ ਇੱਦਾਂ ਨਹੀਂ ਹੈ ਕਿ ਗਾਜਰਾਂ ਖੜੀਆਂ ਹੋਣ ਜਾਂ ਨਜ਼ਰ ਆਉਣ, ਨਹੀਂ, ਬਿਲਕੁਲ ਮੁਲਾਇਮ ਅਤੇ ਸੋਫਟ ਜਿਹਾ ਹਲਵਾ ਤਿਆਰ ਹੋਇਆ। ਅੱਛਾ, ਇਹਨੂੰ ਰੈਸਪੀ ਨੂੰ ਲਾਜ਼ਮੀ ਟਰਾਈ ਕਰਨਾ ਅਤੇ ਮੈਨੂੰ ਲਾਜ਼ਮੀ ਦੱਸਣਾ ਕਿ ਕਿੱਦਾਂ ਦੀ ਲੱਗੀ ਆ। ਵੀਡੀਓ ਦੇਖ ਕੇ ਲਾਈਕ ਅਤੇ ਕਮੈਂਟ ਅਤੇ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਅਤੇ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਵੀਡੀਓ ਦੇਖ ਕੇ ਸਬਸਕ੍ਰਾਈਬ ਕਰਦਾ। ਆ ਲਓ ਜੀ, ਫਾਈਨਲ ਲੁੱਕ ਦੇਖ ਲਓ ਤੁਸੀਂ। ਓਕੇ ਜੀ, ਅੱਲਾ ਹਾਫਿਜ਼।